प्रेज द लॉर्ड सिस्टर्स एंड ब्रदर्स। ਅੱਜ ਇਹ ਮੈਸੇਜ ਮੈਂ ਬਾਈਬਲ ਦੇ ਵਿੱਚੋਂ ਪ੍ਰਾਪਤ ਕੀਤਾ ਪਵਿੱਤਰ ਆਤਮਾ ਜੀ ਦੇ ਦੁਆਰਾ। ਬੁੱਧੀ ਕਹਾਵਤਾਂ 1:7 ਦੇ ਵਿੱਚ ਲਿਖਿਆ, ਪਰਮੇਸ਼ਵਰ ਦਾ ਡਰ ਬੁੱਧੀ ਦੀ ਸ਼ੁਰੂਆਤ। ਮੂਰਖ ਔਰ ਮੂੜ ਲੋਕ ਬੁੱਧੀ ਨੂੰ, ਗਿਆਨ ਨੂੰ ਤੁੱਛ ਜਾਣਦੇ ਔਰ ਪਰਮੇਸ਼ਵਰ ਉਹਨਾਂ ਇਨਸਾਨਾਂ ਦੇ ਕੋਲੋਂ ਖੁਸ਼ ਹੁੰਦੇ ਜਿਹੜੇ ਬੁੱਧੀ ਨੂੰ ਪ੍ਰਾਪਤ ਕਰਦੇ। ਪਰਮੇਸ਼ਵਰ ਚਾਹੁੰਦੇ ਆ ਕਿ ਇੱਕ ਇਨਸਾਨ ਈਸ਼ਵਰੀਏ ਬੁੱਧੀ ਨੂੰ ਪ੍ਰਾਪਤ ਕਰੇ। ਉਹ ਐਸੀ ਬੁੱਧੀ ਜਦੋਂ ਇਨਸਾਨ ਦੇ ਅੰਦਰ ਆ ਜਾਂਦੀ ਤਾਂ ਉਸ ਦੇ ਲਈ ਜੀਵਨ ਦਾ ਬ੍ਰਿਕਸ਼ ਬਣ ਜਾਂਦੀ। ਉਹ ਸ਼ਾਂਤੀ ਦੇ ਫਲ ਨੂੰ ਉਸ ਬ੍ਰਿਕਸ਼ ਤੋਂ ਖਾਂਦਾ, ਆਨੰਦ ਦੇ ਫਲ ਨੂੰ ਉਸ ਬ੍ਰਿਕਸ਼ ਤੋਂ ਪ੍ਰਾਪਤ ਕਰਦਾ, ਕਿਉਂਕਿ ਈਸ਼ਵਰੀਏ ਬੁੱਧੀ ਬਾਈਬਲ ਦੇ ਅੰਦਰ ਪਾਈ ਜਾਂਦੀ। ਜਦੋਂ ਇਨਸਾਨ ਪਵਿੱਤਰ ਬਾਈਬਲ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਦਾ ਤਾਂ ਉਹ ਈਸ਼ਵਰੀਏ ਬੁੱਧੀ ਨੂੰ ਪ੍ਰਾਪਤ ਕਰਦਾ। ਪਰਮੇਸ਼ਵਰ ਯਹੋਵਾ ਉਸ ਕੋਲੋਂ ਪ੍ਰਸੰਨ ਹੁੰਦੇ। ਪਰਮੇਸ਼ਵਰ ਯਹੋਵਾ ਨੂੰ ਇਹ ਨਾਮ ਦਿੱਤਾ ਗਿਆ ਬਾਈਬਲ ਦੇ ਵਿੱਚ। ਉਹਨਾਂ ਨੇ ਆਪ ਇਹ ਨਾਮ ਮੂਸਾ ਦੇ ਉੱਪਰ ਪ੍ਰਗਟ ਕੀਤਾ। ਪਰਮੇਸ਼ਵਰ ਚਾਹੁੰਦੇ ਆ ਕਿ ਇੱਕ ਇਨਸਾਨ ਈਸ਼ਵਰੀਏ ਬੁੱਧੀ ਨੂੰ ਪ੍ਰਾਪਤ ਕਰੇ। ਜਦੋਂ ਇੱਕ ਇਨਸਾਨ ਆਪਣਾ ਪੂਰਾ ਧਿਆਨ ਕੇਂਦਰਿਤ ਕਰਦਾ ਪਰਮੇਸ਼ਵਰ ਦੇ ਵਚਨ ਦੇ ਉੱਪਰ, ਮਨਨ ਕਰਨਾ ਸ਼ੁਰੂ ਕਰਦਾ ਪਰਮੇਸ਼ਵਰ ਦੇ ਵਚਨ ਨੂੰ, ਤਾਂ ਉਹ ਉਸ ਰੁੱਖ ਦੇ ਸਮਾਨ ਬਣ ਜਾਂਦਾ ਜਿਹੜਾ ਨਹਿਰ ਦੇ ਕੰਢੇ ਦੇ ਉੱਤੇ ਲਗਾਇਆ ਗਿਆ ਹੁੰਦਾ। ਉਸ ਨੂੰ ਅਕਾਲ ਦੇ ਵਰ੍ਹੇ ਦੇ ਵਿੱਚ ਵੀ ਡਰ ਨਹੀਂ ਹੁੰਦਾ। ਉਹ ਸੁੱਕਦਾ ਨਹੀਂ, ਵੇਲੇ ਸਿਰ ਆਪਣਾ ਫਲ ਦਿੰਦਾ, ਕਿਉਂਕਿ ਉਸ ਦਾ ਸਰੋਤ ਉਸ ਦੇ ਕੋਲ ਆ, ਉਸ ਦਾ ਸੋਰਸ ਜਿੱਥੋਂ ਪਾਣੀ ਨੂੰ ਪ੍ਰਾਪਤ ਕਰਦਾ। ਇਨਸਾਨ ਦਾ ਸੋਰਸ ਪਵਿੱਤਰ ਬਾਈਬਲ ਆ। ਜਦੋਂ ਇੱਕ ਇਨਸਾਨ ਆਪਣੀਆਂ ਜੜ੍ਹਾਂ ਨੂੰ ਪਵਿੱਤਰ ਬਾਈਬਲ ਦੇ ਵਿੱਚ ਲਗਾ ਦਿੰਦਾ ਔਰ ਗਹਿਰਾਈ ਦੇ ਨਾਲ ਮਨਨ ਕਰਦਾ, ਉਸ ਵਚਨ ਨੂੰ ਖਾਣਾ ਸ਼ੁਰੂ ਕਰਦਾ, ਕਹਿਣ ਦਾ ਭਾਵ ਕਿ ਬਹੁਤ ਉਸ ਵਚਨ ਨੂੰ, ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰਦਾ, ਆਪਣੇ ਜੀਵਨ ਦੇ ਵਿੱਚੋਂ ਕਮੀਆਂ ਨੂੰ ਦੂਰ ਕਰਨਾ ਸ਼ੁਰੂ ਕਰਦਾ, ਤਾਂ ਐਸੀ ਬੁੱਧੀ ਪ੍ਰਾਪਤ ਕਰਦਾ ਜੋ ਈਸ਼ਵਰੀਏ ਬੁੱਧੀ, ਜੋ ਪਰਮੇਸ਼ਵਰ ਦੇ ਕੋਲੋਂ ਡਾਇਰੈਕਟ ਇਨਸਾਨ ਨੂੰ ਪ੍ਰਾਪਤ ਹੁੰਦੀ। ਤਾਂ ਇਨਸਾਨ ਜਾਣ ਜਾਂਦਾ ਕਿ ਪਰਮੇਸ਼ਵਰ ਮੇਰੇ ਕੋਲ ਹੁਣ ਪ੍ਰਸੰਨ ਨੇ। ਤਾਂ ਪਰਮੇਸ਼ਵਰ ਫਿਰ ਉਸ ਨੂੰ ਉਹ ਮਾਰਗ ਦਿਖਾਉਂਦੇ ਆ ਜਿਸ ਦੇ ਉੱਤੇ ਉਸ ਨੂੰ ਚੱਲਣਾ ਚਾਹੀਦਾ, ਔਰ ਜੋ ਕੰਮ ਉਸ ਨੂੰ ਧਰਤੀ ਤੇ ਕਰਨ ਦੇ ਲਈ ਭੇਜਿਆ, ਫਿਰ ਉਹ ਕੰਮ ਵੀ ਬਾਹਰ ਆਉਂਦਾ ਉਸ ਇਨਸਾਨ ਦਾ ਜੋ ਪਰਮੇਸ਼ਵਰ ਨੇ ਆਪਣੇ ਦਿਲ ਦੇ ਵਿੱਚ ਰੱਖਿਆ। ਪਰ ਇਹ ਕਦੋਂ ਹੁੰਦਾ? ਜਦੋਂ ਇੱਕ ਇਨਸਾਨ ਪਰਮੇਸ਼ਵਰ ਦੇ ਰਿਟਨ ਵਰਡ ਦੇ ਉੱਪਰ ਧਿਆਨ ਕਰਦਾ। ਅੱਜ ਬਹੁਤ ਸਾਰੇ ਇਨਸਾਨ ਪਰਮੇਸ਼ਵਰ ਨੂੰ ਜਾਣਨਾ ਚਾਹੁੰਦੇ, ਪਰਮੇਸ਼ਵਰ ਦੀ ਆਵਾਜ਼ ਸੁਣਨਾ ਚਾਹੁੰਦੇ, ਪਰ ਉਹ ਇਹ ਗੱਲ ਨੂੰ ਸਮਝਦੇ ਨਹੀਂ ਹੈਗੇ ਕਿ ਪਰਮੇਸ਼ਵਰ ਨੇ ਆਪਣੀ ਪਰਫੈਕਟ ਵਿਲ ਰਿਟਨ ਵਰਡ ਦੇ ਵਿੱਚ ਰੱਖ ਦਿੱਤੀ। ਉਹ ਪਹਿਲਾਂ ਰਿਟਨ ਵਰਡ ਨੂੰ ਪੜ੍ਹਨ, ਉਸ ਨੂੰ ਪੂਰਾ ਕਰਨ, ਉਸ ਤੋਂ ਬਾਅਦ ਵਿੱਚ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਸਕਦੇ ਆ। ਇਨਸਾਨ ਨੂੰ ਇਹ ਲੱਗਦਾ ਕਿ ਪਰਮੇਸ਼ਵਰ ਕਿਸ ਤਰ੍ਹਾਂ ਇਨਸਾਨ ਨਾਲ ਗੱਲ ਕਰ ਸਕਦਾ। ਅੱਜ ਵੀ ਪਰਮੇਸ਼ਵਰ ਇੱਕ ਸਧਾਰਨ ਜਿਹੇ ਇਨਸਾਨਾਂ ਨਾਲ ਗੱਲ ਕਰਦਾ, ਜੋ ਟੁੱਟੇ ਹੋਏ ਇਨਸਾਨ, ਜੋ ਨਸ਼ਿਆਂ 'ਚ, ਜੋ ਗਲਤ ਚੀਜ਼ਾਂ 'ਚ, ਪਰਮੇਸ਼ਵਰ ਉਹਨਾਂ ਨੂੰ ਫੜਨਾ ਚਾਹੁੰਦਾ। ਯੀਸ਼ੂ ਮਸੀਹ ਦੇ ਬਾਰੇ ਗਵਾਹੀ ਦਿੱਤੀ ਗਈ ਕਿ ਉਹ ਪਾਪੀਆਂ ਦੇ ਲਈ ਧਰਤੀ ਦੇ ਉੱਤੇ ਆਏ, ਉਹ ਟੁੱਟੇ ਹੋਏ ਲੋਕਾਂ ਦੇ ਲਈ ਧਰਤੀ ਦੇ ਉੱਤੇ ਆਏ, ਤਾਂ ਕਿ ਉਹਨਾਂ ਨੂੰ ਸਟਰੋਂਗ ਬਣਾ ਦੇਣ, ਚੱਟਾਨ ਦੀ ਤਰ੍ਹਾਂ ਮਜ਼ਬੂਤ ਬਣਾ ਦੇਣ। ਜਿਸ ਇਨਸਾਨ ਦੇ ਨਾਲ ਪਰਮੇਸ਼ਵਰ ਖੜ ਜਾਂਦੇ, ਪ੍ਰਭੂ ਯੀਸ਼ੂ ਮਸੀਹ ਖੜ ਜਾਂਦੇ, ਉਹ ਚੱਟਾਨ ਦੀ ਤਰ੍ਹਾਂ ਮਜ਼ਬੂਤ ਬਣ ਜਾਂਦਾ। ਪਰਮੇਸ਼ਵਰ ਦੇ ਕੋਲੋਂ ਬੁੱਧੀ ਨੂੰ ਪ੍ਰਾਪਤ ਕਰਦਾ। ਲਿਖਿਆ ਕਲੋਸੀਆਂ 2 ਅਧਿਆਏ ਦੀ 3 ਆਇਤ ਵਿੱਚ, ਮਸੀਹ ਦੇ ਵਿੱਚ ਬੁੱਧੀ ਔਰ ਗਿਆਨ ਦੇ ਭੰਡਾਰ ਛੁਪੇ ਹੋਏ। ਜਦੋਂ ਇੱਕ ਇਨਸਾਨ ਮਸੀਹ ਨੂੰ ਜਾਣਨਾ ਸ਼ੁਰੂ ਕਰਦਾ, ਮਸੀਹ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰਦਾ, ਤਾਂ ਉਹ ਆਪਣੇ ਆਪ ਨੂੰ ਪੜ੍ਹਨਾ ਸ਼ੁਰੂ ਕਰਦਾ। ਫਿਰ ਉਹ ਜਾਣ ਜਾਂਦਾ ਕਿ ਪਰਮੇਸ਼ਵਰ ਨੇ ਕਿਹੜੀਆਂ ਵਿਸ਼ੇਸ਼ਤਾਵਾਂ, ਕਿਹੜੇ ਵਰਦਾਨ ਮੇਰੇ ਅੰਦਰ ਰੱਖੇ ਆ। ਫਿਰ ਉਹ ਵਰਦਾਨ ਬਾਹਰ ਹੁੰਦੇ, ਕਿਉਂਕਿ ਪਰਮੇਸ਼ਵਰ ਚਾਹੁੰਦੇ ਆ ਕਿ ਇੱਕ ਇਨਸਾਨ, ਇੱਕ ਉਸ ਦਾ ਬੇਟਾ ਉਸ ਨਾਲ ਜੁੜੇ, ਤਾਂ ਪਰਮੇਸ਼ਵਰ ਨੇ ਜੋ ਉਸ ਦੇ ਅੰਦਰ ਰੱਖਿਆ ਤਾਂ ਉਹ ਬਾਹਰ ਕੱਢ ਸਕਣ। ਇਹ ਤਾਂ ਹੀ ਹੋ ਸਕਦਾ ਜਦੋਂ ਇੱਕ ਇਨਸਾਨ ਪਰਮੇਸ਼ਵਰ ਦੇ ਨਾਲ ਸੰਗਤੀ ਕਰਦਾ, ਪਰਮੇਸ਼ਵਰ ਦੇ ਨਾਲ ਬੈਠਦਾ। ਪਰਮੇਸ਼ਵਰ ਨੇ 24 ਘੰਟੇ ਦਿੱਤੇ ਇਨਸਾਨ ਨੂੰ। ਕੀ ਇਨਸਾਨ 24 ਘੰਟਿਆਂ ਦਾ ਦਸਮਾਸ਼ ਪਰਮੇਸ਼ਵਰ ਨੂੰ ਦਿੰਦਾ? ਕਿ ਉਹ 2.5-3 ਘੰਟੇ ਡੇਲੀ ਪਰਮੇਸ਼ਵਰ ਦੇ ਨਾਲ ਬਤੀਤ ਕਰਦਾ? ਪਰਮੇਸ਼ਵਰ ਨਾਲ ਬੈਠਣ ਦਾ ਮਤਲਬ ਆ
ਪ੍ਰਾਰਥਨਾ ਦੇ ਵਿੱਚ ਸਮਾਂ ਬਤੀਤ ਕਰਨਾ ਔਰ ਬਾਈਬਲ ਨੂੰ ਰੀਡ ਕਰਨਾ। ਜੇ ਕਿ ਇਨਸਾਨ 2 ਘੰਟੇ ਪ੍ਰਾਰਥਨਾ ਕਰਦਾ ਤਾਂ ਘੱਟ ਤੋਂ ਘੱਟ 1 ਘੰਟਾ ਉਹ ਬਾਈਬਲ ਨੂੰ ਰੀਡ ਕਰੇ, ਤਾਂ ਉਹ ਪ੍ਰਾਪਤ ਕਰ ਸਕਦਾ ਉਹ ਈਸ਼ਵਰੀਏ ਬੁੱਧੀ ਜੋ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ, ਜੋ ਮਿਲਨਸਾਰ ਚੰਗੇ ਫਲਾਂ ਦੇ ਨਾਲ ਲੱਦੀ ਹੋਈ, ਜੋ ਪਰਮੇਸ਼ਵਰ ਇੱਕ ਇਨਸਾਨ ਨੂੰ ਦਿੰਦੇ। ਜਦੋਂ ਇਨਸਾਨ ਬੁੱਧੀ ਨੂੰ ਪ੍ਰਾਪਤ ਕਰਦਾ ਤਾਂ ਪਰਮੇਸ਼ਵਰ ਪ੍ਰਸੰਨ ਹੋ ਜਾਂਦੇ। ਲਿਖਿਆ ਵਚਨ ਦੇ ਵਿੱਚ ਕਹਾਵਤਾਂ 6:19 ਦੇ ਵਿੱਚ ਝੂਠ ਬੋਲਣ ਵਾਲੀ ਜੀਭ ਤੋਂ ਪਰਮੇਸ਼ਵਰ ਯਹੋਵਾ ਨਫ਼ਰਤ ਕਰਦੇ। ਜਦੋਂ ਇੱਕ ਇਨਸਾਨ ਇਹ ਗੱਲ ਨੂੰ ਜਾਣ ਜਾਂਦਾ, ਆਪਣੇ ਜੀਵਨ ਦੇ ਵਿੱਚੋਂ ਝੂਠ ਨੂੰ, ਹੇਰਾ ਫੇਰੀ, ਧੋਖੇ ਨੂੰ ਬਾਹਰ ਕਰ ਦਿੰਦਾ, ਤਾਂ ਪਰਮੇਸ਼ਵਰ ਪ੍ਰਸੰਨ ਹੁੰਦੇ ਉਸ ਕੋਲੋਂ, ਤਾਂ ਪਰਮੇਸ਼ਵਰ ਉਸ ਨੂੰ ਈਸ਼ਵਰੀਏ ਬੁੱਧੀ ਦਿੰਦੇ। ਫਿਰ ਪਰਮੇਸ਼ਵਰ ਉਸ ਨੂੰ ਇਸਤੇਮਾਲ ਵੀ ਕਰਦੇ ਆ ਆਪਣੇ ਵਰਦਾਨਾਂ ਦੇ ਦੁਆਰਾ। ਕਿਉਂਕਿ ਉਤਪਤ 1:26 ਔਰ 27 ਦੇ ਵਿੱਚ ਜਦੋਂ ਇਨਸਾਨ ਨੂੰ ਬਣਾਇਆ ਪਰਮੇਸ਼ਵਰ ਨੇ, ਤਾਂ ਪਰਮੇਸ਼ਵਰ ਨੇ ਆਪਣੇ ਵੱਲ ਵੇਖਿਆ। ਪਰਮੇਸ਼ਵਰ ਨੇ ਬੋਲਿਆ, ਆਓ ਇਨਸਾਨ ਨੂੰ ਆਪਣੇ ਸਵਰੂਪ ਔਰ ਆਪਣੀ ਸਮਾਨਤਾ ਤੇ ਬਣਾਈਏ। ਪਰਮੇਸ਼ਵਰ ਨੇ ਜਦੋਂ ਇਨਸਾਨ ਨੂੰ ਆਪਣੇ ਸਵਰੂਪ, ਆਪਣੀ ਸਮਾਨਤਾ ਤੇ ਬਣਾਇਆ, ਤਾਂ ਪਰਮੇਸ਼ਵਰ ਨੇ ਬੋਲਿਆ, ਯੂ ਆਰ ਬਲੈਸਡ। ਜਦੋਂ ਪਰਮੇਸ਼ਵਰ ਕਿਸੇ ਨੂੰ ਬਣਾਉਂਦੇ ਆ ਤਾਂ ਉਹ ਬੋਲਦੇ ਆ, ਯੂ ਆਰ ਬਲੈਸਡ। ਪਰਮੇਸ਼ਵਰ ਨੇ ਜਦੋਂ ਕ੍ਰੀਏਸ਼ਨ ਕਰ ਦਿੱਤੀ ਹਰ ਇੱਕ ਚੀਜ਼ ਦੀ, ਤਾਂ ਪਰਮੇਸ਼ਵਰ ਨੇ ਬੋਲਿਆ, ਇਹ ਬਹੁਤ ਵਧੀਆ ਹੈ, ਇਹ ਆਸ਼ੀਸ਼ਿਤ ਹੈ। ਅੱਜ ਇੱਕ ਇਨਸਾਨ ਆਸ਼ੀਸ਼ਿਤ ਇਸੇ ਕਰਕੇ ਨਹੀਂ ਹੈ ਕਿਉਂਕਿ ਉਹ ਪਰਮੇਸ਼ਵਰ ਦੀ ਪਰਫੈਕਟ ਵਿਲ ਨਹੀਂ ਜਾਣਦਾ, ਉਹ ਪਰਮੇਸ਼ਵਰ ਦੇ ਦਿਲ ਨੂੰ ਨਹੀਂ ਜਾਣਦਾ। ਪਰਮੇਸ਼ਵਰ ਦਾ ਦਿਲ ਪਵਿੱਤਰ ਬਾਈਬਲ ਹੈ। ਜਦੋਂ ਇੱਕ ਇਨਸਾਨ ਪਵਿੱਤਰ ਬਾਈਬਲ ਨੂੰ ਪੜ੍ਹਦਾ ਤਾਂ ਉਹ ਪਰਮੇਸ਼ਵਰ ਦੇ ਦਿਲ ਨੂੰ ਪੜ੍ਹਦਾ ਔਰ ਉਹ ਆਪਣੇ ਆਪ ਨੂੰ ਪੜ੍ਹਦਾ, ਫਿਰ ਉਹ ਆਪਣੇ ਆਪ ਤੇ ਵਰਕ ਕਰਦਾ। ਪਰਮੇਸ਼ਵਰ ਪ੍ਰਸੰਨ ਹੁੰਦੇ ਉਸ ਇਨਸਾਨ ਦੇ ਕੋਲੋਂ ਜੋ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ। ਕਲੂਸੀਆਂ 2:3 ਵਿੱਚ ਲਿਖਿਆ ਕਿ ਮਸੀਹ ਦੇ ਵਿੱਚ ਬੁੱਧੀ ਔਰ ਗਿਆਨ, ਉਸ ਦੇ ਵਿੱਚ ਉਹ ਬੁੱਧੀ ਔਰ ਗਿਆਨ ਦਾ ਭੰਡਾਰ ਛੁਪਿਆ ਹੋਇਆ ਕਿ ਇਨਸਾਨ ਉਸ ਛੁਪੇ ਹੋਏ ਗਿਆਨ, ਉਸ ਬੁੱਧੀ ਨੂੰ ਖੋਜਦਾ। ਲਿਖਿਆ ਯੀਸ਼ੂ ਮਸੀਹ ਦੇ ਵਚਨ ਦੇ ਵਿੱਚ ਮੱਤੀ 7:7 ਦੇ ਵਿੱਚ, ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਢੂੰਡੋਗੇ ਤਾਂ ਪਾਓਗੇ। ਕਿ ਇੱਕ ਇਨਸਾਨ ਪਰਮੇਸ਼ਵਰ ਦੇ ਕੋਲੋਂ ਮੰਗਦਾ, ਉਹ ਹੈਵਨਲੀ ਬੁੱਧੀ, ਕਿ ਉਹ ਪਰਮੇਸ਼ਵਰ ਦੀ ਖੋਜ ਕਰਦਾ। ਜਦੋਂ ਇਨਸਾਨ ਪਰਮੇਸ਼ਵਰ ਦੀ ਖੋਜ ਕਰਦਾ ਤਾਂ ਇਨਸਾਨ ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਂਦਾ। ਫਿਰ ਹਰ ਇੱਕ ਭਲੀ ਵਸਤੂ ਇਨਸਾਨ ਦਾ ਪਿੱਛਾ ਕਰਦੀ, ਇਨਸਾਨ ਦੇ ਪਿੱਛੇ ਪੈ ਕੇ ਉਸ ਨੂੰ ਮਿਲ ਜਾਂਦੀ, ਕਿਉਂਕਿ ਪਰਮੇਸ਼ਵਰ ਦੇ ਕੋਲ ਕਿਸੇ ਵਸਤੂ ਦੀ ਘਟੀ ਨਹੀਂ ਹੈ ਔਰ ਉਸ ਨੇ ਆਪਣੇ ਬੇਟੇ ਬੇਟੀਆਂ ਦੇ ਲਈ ਉਹ ਵਸਤੂਆਂ ਰੱਖੀਆਂ ਜੋ ਉੱਤਮ ਦੇਣਾ ਚਾਹੁੰਦਾ ਆਪਣੇ ਬੇਟੇ ਬੇਟੀਆਂ ਨੂੰ। ਇਸ ਲਈ ਬੁੱਧੀ ਪਰਮੇਸ਼ਵਰ ਯਹੋਵਾ ਦਿੰਦੇ ਔਰ ਬੁੱਧੀ ਦਾ ਜੋ ਸ਼ੁਰੂਆਤ ਆ, ਬੁੱਧੀ ਦੀ ਸ਼ੁਰੂਆਤ ਉਹ ਯਹੋਵਾ ਤੋਂ ਡਰਨਾ ਹੈ। ਜਦੋਂ ਇੱਕ ਇਨਸਾਨ ਯਹੋਵਾ ਤੋਂ ਡਰਦਾ ਤਾਂ ਬੁੱਧੀ ਨੂੰ ਪ੍ਰਾਪਤ ਕਰਦਾ। ਯਹੋਵਾ ਤੋਂ ਡਰਨ ਦਾ ਮਤਲਬ ਆ ਹਰ ਉਸ ਬੁਰਾਈ ਨੂੰ ਨਫ਼ਰਤ ਕਰਨੀ ਜਿਸ ਤੋਂ ਪਰਮੇਸ਼ਵਰ ਨਫ਼ਰਤ ਕਰਦੇ। ਨਿੰਦਿਆ, ਚੁਗਲੀ, ਝੂਠ, ਹੇਰਾ ਫੇਰੀ, ਇਸ ਤੋਂ ਰਹਿਤ ਹੋ ਜਾਣਾ, ਤਾਂ ਪਰਮੇਸ਼ਵਰ ਫਿਰ ਪ੍ਰਸੰਨ ਹੁੰਦੇ। ਜਦੋਂ ਇੱਕ ਇਨਸਾਨ ਪਰਮੇਸ਼ਵਰ ਦੇ ਬੇਟੇ ਯਿਸੂ ਦੀ ਮਾਨਿਦ ਬਣ ਜਾਂਦਾ ਤਾਂ ਪਰਮੇਸ਼ਵਰ ਪ੍ਰਸੰਨ ਹੁੰਦੇ। ਪਰਮੇਸ਼ਵਰ ਨੇ ਆਪਣਾ ਬੇਟਾ ਇਸੇ ਲਈ ਘੱਲਿਆ ਕਿ ਇਨਸਾਨ ਉਹਨਾਂ ਨੂੰ ਜਾਣਨ ਔਰ ਬੁੱਧੀ ਨੂੰ ਪ੍ਰਾਪਤ ਕਰ ਲੈਣ, ਉਹ ਈਸ਼ਵਰੀਏ ਬੁੱਧੀ ਨੂੰ ਹਾਸਲ ਕਰ ਲੈਣ। ਤਾਂ ਪਰਮੇਸ਼ਵਰ ਉਸ ਇਨਸਾਨ ਦੇ ਕੋਲੋਂ ਪ੍ਰਸੰਨ ਹੋ ਜਾਂਦੇ ਜਿਹੜੇ ਬੁੱਧੀ ਨੂੰ ਪ੍ਰਾਪਤ ਕਰ ਲੈਂਦੇ। 2 ਇਨਸਾਨਾਂ ਦਾ ਜ਼ਿਕਰ ਆਉਂਦਾ ਬਾਈਬਲ ਦੇ ਵਿੱਚ। ਇੱਕ ਸਮਸੂਨ, ਜਿਸ ਦੇ ਬਾਰੇ ਪਹਿਲਾਂ ਹੀ ਪਰਮੇਸ਼ਵਰ ਨੇ ਭਵਿੱਖਬਾਣੀ ਕਰ ਦਿੱਤੀ, ਉਸ ਦੇ ਮਦਰ ਔਰ ਫਾਦਰ ਨੂੰ ਦੱਸ ਦਿੱਤਾ ਕਿ ਤੁਹਾਡੇ ਇੱਕ ਐਸਾ ਬੇਟਾ ਜਨਮ ਲਵੇਗਾ ਜੋ ਪਾਵਰਫੁਲ ਹੋਵੇਗਾ, ਜਿਸ ਦੇ ਸਿਰ ਦੇ ਵਾਲ ਨਹੀਂ ਕਦੀ ਕੱਟੇ ਜਾਣਗੇ ਔਰ ਜੋ ਕਦੇ ਵੀ ਕੋਈ ਨਸ਼ਾ ਨਹੀਂ ਕਰੇਗਾ, ਸ਼ਰਾਬ ਨਹੀਂ ਪੀਵੇਗਾ ਔਰ ਉਹ ਕਿਸੇ ਲੋਥ ਨੂੰ, ਮੁਰਦਾ ਦੇਹ ਨੂੰ ਨਹੀਂ ਛੂਵੇਗਾ। ਔਰ ਇੱਕ ਇਨਸਾਨ ਜਿਸ ਦੇ ਬਾਰੇ ਭਵਿੱਖਬਾਣੀ ਤਾਂ ਨਹੀਂ ਹੋਈ, ਪਰ ਪਰਮੇਸ਼ਵਰ ਨੇ ਉਸ ਨੂੰ ਵਿਜ਼ਨ ਦਿੱਤਾ ਕਿ ਮੈਂ ਤੈਨੂੰ ਉੱਚਾ ਕਰਾਂਗਾ, ਮੈਂ ਤੈਨੂੰ ਸਿੰਘਾਸਣ ਦਵਾਂਗਾ। ਇਹਨਾਂ ਦੋਨਾਂ ਦੇ ਵਿੱਚੋਂ ਇੱਕ ਡਿੱਗ ਗਿਆ ਔਰ ਇੱਕ ਆਪਣੇ ਉਸ ਸਿੰਘਾਸਣ ਤੇ ਗਿਆ।
ਸੈਮਸੂਨ ਜੋ ਕਿ ਆਪਣੀਆਂ ਅੱਖਾਂ ਦੇ ਦੁਆਰਾ ਚੱਲਿਆ, ਵਿਭਚਾਰ ਦੇ ਵਿੱਚ ਡਿੱਗਿਆ, ਗਲਤ ਔਰਤਾਂ ਦੇ ਵਿੱਚ ਗਿਆ ਔਰ ਉਹ ਡਿੱਗ ਗਿਆ, ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜਿਸ ਦੇ ਬਾਰੇ 3 ਭਵਿੱਖਬਾਣੀਆਂ ਹੋਈਆਂ ਸੀ ਕਿ ਨਾ ਇਹ ਨਸ਼ਾ ਕਰੇਗਾ, ਨਾ ਇਹ ਕਿਸੇ ਲੋਥ ਨੂੰ ਛੂਵੇਗਾ ਔਰ ਨਾ ਹੀ ਇਸ ਦੇ ਸਿਰ ਦੇ ਵਾਲ ਕੱਟੇ ਜਾਣਗੇ। ਪਰਮੇਸ਼ਵਰ ਦਾ ਨਾਜ਼ੀਰ ਹੋਵੇਗਾ, ਤਾਕਤਵਰ ਹੋਵੇਗਾ, ਪਰਮੇਸ਼ਵਰ ਉਸ ਦੇ ਦੁਆਰਾ ਕੰਮ ਕਰਨਗੇ। ਉਹ ਇੰਨਾ ਤਾਕਤਵਰ ਸੀ ਕਿ ਗਧੇ ਦੇ ਜਬਾੜੇ ਦੀ ਹੱਡੀ ਦੇ ਨਾਲ ਉਸਨੇ 1000 ਮਨੁੱਖ ਖਤਮ ਕਰ ਦਿੱਤੇ। ਓਲਡ ਟੈਸਟਮੈਂਟ ਦੇ ਵਿੱਚ ਯੁੱਧ ਹੁੰਦੇ ਸੀ ਔਰ ਬੜੇ ਤਕੜੇ ਯੋਧੇ ਹੁੰਦੇ ਸੀ। ਸੈਮਸੂਨ ਇੱਕ ਯੋਧਾ ਸੀ, ਪਰ ਉਹ ਪਰਮੇਸ਼ਵਰ ਦੀ ਪਰਫੈਕਟ ਵਿਲ ਦੇ ਵਿੱਚ ਚੱਲ ਨਹੀਂ ਪਾਇਆ ਕਿਉਂਕਿ ਉਹ ਰਿਟਨ ਵਰਡ ਨੂੰ ਸਮਝ ਨਹੀਂ ਪਾਇਆ। ਯੂਸਫ, ਜਿਸ ਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਕਿ ਮੈਂ ਤੁਹਾਨੂੰ ਉੱਚਾ ਕਰਾਂਗਾ, ਉਹ ਪਰਮੇਸ਼ਵਰ ਦੇ ਨਾਲ ਚੱਲਦਾ ਗਿਆ। ਮੁਸ਼ਕਲਾਂ ਆਈਆਂ, ਸ਼ੈਤਾਨ ਨੇ ਪ੍ਰੀਖਿਆ ਕੀਤੀ ਇੱਕ ਗਲਤ ਔਰਤ ਦੇ ਦੁਆਰਾ, ਪਰ ਉਹ ਡਿੱਗਿਆ ਨਹੀਂ, ਉਹ ਉਸ ਔਰਤ ਦੇ ਨਾਲ ਨਹੀਂ ਗਿਆ, ਪਰਮੇਸ਼ਵਰ ਦੇ ਵਚਨ ਨੂੰ ਮੰਨਦਾ ਰਿਹਾ। ਲਿਖਿਆ ਵਚਨ ਦੇ ਵਿੱਚ ਕਿ ਯੂਸਫ ਨੂੰ ਪਰਮੇਸ਼ਵਰ ਦਾ ਵਚਨ ਕਸੌਟੀ ਤੇ ਕੱਸਦਾ ਰਿਹਾ ਔਰ ਯੂਸਫ ਖਰਾ ਨਿਕਲਿਆ ਔਰ ਇੱਕ ਦਿਨ ਉਹ ਮਿਸਰ ਦਾ ਪ੍ਰੈਜ਼ੀਡੈਂਟ ਬਣ ਗਿਆ। ਕਾਰਨ ਕੀ ਕਿ ਉਸ ਨੇ ਬੁੱਧੀ ਦਾ ਇਸਤੇਮਾਲ ਕੀਤਾ, ਉਸ ਈਸ਼ਵਰੀ ਬੁੱਧੀ ਦਾ, ਕਿ ਅਗਰ ਮੈਂ ਗਲਤ ਕੰਮ ਕਰਾਂਗਾ ਤਾਂ ਪਰਮੇਸ਼ਵਰ ਮੇਰੇ ਕੋਲੋਂ ਅਪਰਸੰਨ ਹੋ ਜਾਣਗੇ। ਪਰ ਸੈਮਸੂਨ ਡਿੱਗ ਗਿਆ, ਉਹ ਆਪਣੀਆਂ ਅੱਖਾਂ ਦੇ ਦੁਆਰਾ ਚੱਲਿਆ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਤੇਰੀ ਸਰੀਰ ਦਾ ਦੀਵਾ ਤੇਰੀ ਅੱਖ ਆ, ਅਗਰ ਤੇਰੀ ਅੱਖ ਸਾਫ਼ ਆ ਤੇ ਤੇਰਾ ਸਾਰਾ ਸਰੀਰ ਉਜਾਲੇ ਦੇ ਵਿੱਚ ਆ। ਜਦੋਂ ਇਨਸਾਨ ਆਪਣੀਆਂ ਅੱਖਾਂ ਨੂੰ ਸਾਫ਼ ਰੱਖਦਾ, ਆਪਣੀਆਂ ਅੱਖਾਂ ਨੂੰ ਪਰਮੇਸ਼ਵਰ ਦੇ ਵਚਨ ਦੇ ਉੱਪਰ ਲਗਾ ਕੇ ਰੱਖਦਾ ਤਾਂ ਈਸ਼ਵਰੀ ਬੁੱਧੀ ਨੂੰ ਪ੍ਰਾਪਤ ਕਰਦਾ। ਫਿਰ ਉਹ ਕਰ ਪਾਉਂਦਾ ਜੋ ਧਰਤੀ ਤੇ ਉਸ ਨੂੰ ਕਰਨ ਦੇ ਲਈ ਪਰਮੇਸ਼ਵਰ ਯਹੋਵਾ ਨੇ ਘੱਲਿਆ। ਯੂਸਫ ਨੇ ਬੁੱਧੀ ਤੋਂ ਕੰਮ ਲਿਆ, ਪਰ ਸੈਮਸੂਨ ਨੇ ਬੁੱਧੀ ਤੋਂ ਕੰਮ ਨਹੀਂ ਲਿਆ। ਉਹ ਡਿੱਗ ਗਿਆ, ਉਸ ਦੀਆਂ ਅੱਖਾਂ ਕੱਢੀਆਂ ਗਈਆਂ, ਉਹ ਖਤਮ ਹੋ ਗਿਆ। ਪਰ ਯੂਸਫ ਮਿਸਰ ਦਾ ਪ੍ਰੈਜ਼ੀਡੈਂਟ ਬਣ ਗਿਆ। ਕਿਉਂ? ਕਿਉਂਕਿ ਉਸਨੇ ਬੁੱਧੀ ਦਾ ਇਸਤੇਮਾਲ ਕੀਤਾ। ਅੱਜ ਵੀ ਪਰਮੇਸ਼ਵਰ ਚਾਹੁੰਦੇ ਆ ਕਿ ਮੇਰੇ ਬੇਟੇ ਬੇਟੀਆਂ ਬੁੱਧੀ ਦਾ ਇਸਤੇਮਾਲ ਕਰਨ। ਉਹ ਸੰਸਾਰਿਕ ਬੁੱਧੀ ਨਹੀਂ, ਈਸ਼ਵਰੀ ਬੁੱਧੀ ਜਿਹੜੀ ਪਰਮੇਸ਼ਵਰ ਦੇ ਕੋਲੋਂ ਪ੍ਰਾਪਤ ਹੁੰਦੀ, ਜੋ ਕਿ ਬਾਈਬਲ ਦੇ ਵਿੱਚੋਂ ਪ੍ਰਾਪਤ ਹੁੰਦੀ। ਜਦੋਂ ਇੱਕ ਇਨਸਾਨ ਬਾਈਬਲ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਦਾ ਤਾਂ ਪਿਤਾ ਯਹੋਵਾ ਪਿਤਾ ਉਸ ਕੋਲੋਂ ਪ੍ਰਸੰਨ ਹੋ ਜਾਂਦਾ। ਫਿਰ ਉਹ ਇਨਸਾਨ ਬੁੱਧੀ ਨੂੰ ਪ੍ਰਾਪਤ ਕਰਦਾ। ਇਸ ਲਈ ਬੁੱਧੀ ਦੀ ਸ਼ੁਰੂਆਤ ਯਹੋਵਾ ਤੋਂ ਡਰਨਾ ਹੈ। ਮੂਰਖਾ ਲੋਕ ਜਿਹੜੇ ਬੁੱਧੀ ਨੂੰ ਤੁੱਛ ਜਾਣ। ਅੱਜ ਦਾ ਵਚਨ ਇਹੀ ਆ, ਪਰਮੇਸ਼ਵਰ ਦਾ ਮੈਸੇਜ ਕਿ ਇਨਸਾਨ ਬੁੱਧੀ ਨੂੰ ਪ੍ਰਾਪਤ ਕਰੇ। ਬੁੱਧੀ ਕੁਲੱਸੀਆਂ 2:3 ਚ ਲਿਖਿਆ, ਬੁੱਧੀ ਔਰ ਗਿਆਨ ਦੇ ਭੰਡਾਰ ਮਸੀਹ ਦੇ ਵਿੱਚ ਛੁਪੇ ਹੋਏ ਨੇ। ਪ੍ਰੇਜ਼ ਦਾ ਲਾਰਡ, ਥੈਂਕ ਯੂ ਜੀਸਸ। ਸਾਰਿਆਂ ਨੂੰ ਜੈ ਮਸੀਹ। ਗੋਡ ਬਲੈਸ ਯੂ।